ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਰੋਕਲੈਂਡ ਚੈਨਲ ਪੰਜਾਬੀ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਖਬਰਾਂ ਟੌਪ ਦੀਆਂ ਦੇ ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਕਰਾਂਗੇ 3-4 ਅਜਿਹੇ ਮੁੱਦਿਆਂ ਦੇ ਉੱਤੇ ਜਿਨ੍ਹਾਂ ਦਾ ਅਸਰ ਸਿੱਧਾ ਪੰਜਾਬ ਦੀ ਸਿਆਸਤ ਤੇ ਹੀ ਨਹੀਂ ਪੈਂਦਾ, ਪੰਜਾਬ ਦੇ ਕਿਸਾਨਾਂ ਤੇ ਵੀ ਪੈਂਦਾ ਤੇ ਆਮ ਲੋਕਾਂ ਤੇ ਵੀ ਪੈਂਦਾ। ਮੁੱਦਾ ਨੰਬਰ 1, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਯੂਪੀ ਦੇ ਵਿੱਚ ਜਾ ਕੇ ਮੁਖਤਾਰ ਅੰਸਾਰੀ ਦੇ ਲੋਕਾਂ ਨੂੰ ਮਿਲਦੇ ਨੇ, ਜਿਸ ਨੂੰ ਲੈ ਕੇ ਵੱਡੀ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਮੁੱਦਾ ਨੰਬਰ 2, ਪੰਜਾਬ ਦੇ ਕਿਸਾਨ ਆਗੂ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਲਈ ਜਾਂਦੇ ਨੇ, ਜਿਸ ਨੂੰ ਲੈ ਕੇ ਵੱਡਾ ਹੁੰਗਾਰਾ ਮਿਲਦਾ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਨੀਂਦਾਂ ਹਰਾਮ ਹੋ ਜਾਂਦੀਆਂ ਨੇ। ਇਸੇ ਤਰ੍ਹਾਂ 2-3 ਮੁੱਦੇ ਹੋਰ ਆਪਾਂ ਗੱਲ ਕਰਾਂਗੇ। ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਭੀਮਿੰਦਰ ਸਿੰਘ, ਜਿਹੜੇ ਕਿ ਉੱਘੇ ਸਿਆਸੀ ਮਾਹਰ ਨੇ। ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਮੁੱਦਿਆਂ ਦਾ, ਇਹਨਾਂ ਚਰਚਾਵਾਂ ਦਾ ਅੱਗੇ ਪੰਜਾਬ ਦੀ ਸਿਆਸਤ ਤੇ ਆਮ ਲੋਕਾਂ ਤੇ ਕੀ ਪ੍ਰਭਾਵ ਪੈਣ ਜਾ ਰਿਹਾ। ਭੀਮਿੰਦਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ, ਮਿਹਰਬਾਨੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਮੈਂ ਗੱਲ ਛੇੜੀ ਹੈ ਕਿ ਇੱਕ ਵੱਡੀ ਸਿਆਸੀ ਜਿਹੜੀ ਜੰਗ ਸ਼ੁਰੂ ਹੋ ਗਈ ਹੈ, ਪਹਿਲਾਂ ਵੀ ਬੜੇ ਮੁੱਦਿਆਂ ਦੇ ਉੱਤੇ ਜਿਹੜਾ ਹੈ ਇਹ ਇਸ ਤਰ੍ਹਾਂ ਦੇ ਇਸੇ ਮੁੱਦੇ ਦੇ ਉੱਤੇ ਕਾਫੀ ਬਹਿਸ ਛਿੜੀ ਰਹੀ ਹੈ ਮੁਖਤਾਰ ਅੰਸਾਰੀ ਨੂੰ ਲੈ ਕੇ। ਇੱਥੋਂ ਤੱਕ ਕਿ ਵੱਡੇ ਦੋਸ਼ ਵੀ ਲਾਏ ਗਏ ਨੇ ਪੰਜਾਬ ਸਰਕਾਰ ਦੇ ਉੱਤੇ, ਮੰਤਰੀਆਂ ਦੇ ਉੱਤੇ, ਮੁੱਖ ਮੰਤਰੀ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਇਹ ਮੁੱਦਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਜਿਹੜੀ ਜੰਗ ਹੈ ਇਹ ਹੋਰ ਅੱਗੇ ਵੱਧ ਗਈ ਹੈ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਜਾ ਕੇ ਉੱਥੋਂ ਦੇ ਲੋਕਾਂ ਨੂੰ ਮਿਲਣ ਦਾ ਜਿਹੜਾ ਰੌਲਾ ਪੈਂਦਾ। ਹਾਲਾਂਕਿ ਜਿਹੜਾ ਉਹ ਫੋਟੋਆਂ ਵੀ ਜਿਹੜੀਆਂ ਵਾਇਰਲ ਹੁੰਦੀਆਂ ਨੇ, ਉੱਥੋਂ ਦੀਆਂ ਮੈਸੇਜ ਵੀ ਵਾਇਰਲ ਹੁੰਦੇ ਨੇ, ਪਰ ਰੰਧਾਵਾ ਜਿਹੜੇ ਨੇ ਉਹ ਹਾਲੇ ਇਸ ਮਾਮਲੇ ਨੂੰ ਲੈ ਕੇ ਹਾਲੇ ਵੀ ਇਹ ਕਹਿ ਰਹੇ ਨੇ ਕਿ ਮੇਰਾ ਉਹਨਾਂ ਨਾਲ ਕੋਈ ਕਨੈਕਸ਼ਨ ਨਹੀਂ। ਇਸ ਮਾਮਲੇ ਨੂੰ ਸਮਝਣ ਦੇ ਲਈ ਨਾ ਤੁਹਾਨੂੰ ਥੋੜ੍ਹਾ ਜਿਹਾ ਬਰੀਕੀ 'ਚ ਜਾਣਾ ਪਏਗਾ ਔਰ ਥੋੜ੍ਹਾ ਜਿਹਾ ਪਿੱਛੇ ਜਾਣਾ ਪਏਗਾ। ਜਦੋਂ ਅਕਾਲੀ ਗੌਰਮੈਂਟ ਹੁੰਦੀ ਸੀਗੀ ਉਦੋਂ ਇਹੀ ਦੋਸ਼ ਲਗਭਗ ਕਾਂਗਰਸ ਵਾਲੇ ਅਕਾਲੀਆਂ 'ਤੇ ਲਾਉਂਦੇ ਸੀ ਕਿ ਗੈਂਗਸਟਰ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੇ ਨੇ ਔਰ ਸਰਕਾਰ ਗੈਂਗਸਟਰ ਦਾ ਜਿਹੜਾ ਹੈਗਾ ਸ਼ਰੇਆਮ ਜਿਹੜਾ ਹੈਗਾ ਉਹਨਾਂ ਦੀ ਮਦਦ ਕਰ ਰਹੀ ਹੈ। ਹੁਣ ਉਹੀ ਦੋਸ਼ ਅਕਾਲੀ ਦਲ ਜਿਹੜਾ ਹੈਗਾ ਇਸ ਵੇਲੇ ਕਾਂਗਰਸ 'ਤੇ ਲਾ ਰਿਹਾ ਹੈ, ਜਿਵੇਂ ਤੁਸੀਂ ਗੱਲ ਕੀਤੀ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਲਗਭਗ 15-20 ਸਾਲਾਂ ਤੋਂ 3 ਜਿਹੜੇ ਨੇ ਉਹਨਾਂ ਦੇ ਦੁਆਲੇ ਜਿਹੜੀ ਸਿਆਸਤ ਘੁੰਮਦੀ ਹੈ। ਪਹਿਲਾ ਹੈ ਮਨੀ, ਮਸਲਸ ਐਂਡ ਮੀਡੀਆ। ਮਨੀ, ਮਸਲ, ਮੀਡੀਆ ਦਾ ਮਤਲਬ ਇਹ ਹੈ ਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਉਹ 3 ਚੀਜ਼ਾਂ 'ਤੇ ਕੰਟਰੋਲ ਕਰਦੀਆਂ ਨੇ। ਪਹਿਲਾਂ ਤਾਂ ਪੈਸਾ ਕਮਾਉਣਾ, ਕਿ ਸਿਆਸਤ ਰਾਹੀਂ ਪੈਸਾ ਕਮਾਇਆ ਜਾਏ। ਫਿਰ ਮਸਲਸ ਮਤਲਬ ਹੈ ਕਿ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਡਿਵੈਲਪ ਕੀਤਾ ਜਾਏ ਔਰ ਧੱਕਾ ਮੁੱਕੀ ਕੀਤਾ ਜਾਏ। ਉਹਨਾਂ ਲਈ ਉਹਨਾਂ ਨੇ ਆਪਣੇ ਗੁੰਡੇ ਪਾਲੇ ਹੁੰਦੇ ਆ। ਸੋ ਆਪਾਂ ਨੂੰ ਪਿਛਲੇ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਨੇ ਔਰ ਚੋਣਾਂ ਹੁੰਦੀਆਂ ਨੇ ਜਦੋਂ ਖਾਸ ਤੌਰ 'ਤੇ, ਉਦੋਂ ਇਹਨਾਂ ਚੀਜ਼ਾਂ ਦੀ ਵਿਸ਼ੇਸ਼ ਤੌਰ 'ਤੇ ਵਰਤੋਂ ਹੁੰਦੀ ਹੈ। ਫਿਰ ਹੈ ਮੀਡੀਆ। ਮੀਡੀਆ ਨੂੰ ਆਪਾਂ ਨੂੰ ਦੇਖਿਆ ਚਾਹੇ ਮੋਦੀ ਮੀਡੀਆ ਹੋਵੇ ਜਾਂ ਪੰਜਾਬ ਦਾ ਜਿਹੜੀ ਹੈਗੀ ਹੈ, ਇਸ ਤੋਂ ਪਹਿਲਾਂ ਜਿਹੜੇ ਨੇ ਅਕਾਲੀ ਦਲ ਨੇ ਕਿਵੇਂ ਮੀਡੀਆ ਨੂੰ ਕੰਟਰੋਲ ਕੀਤਾ ਸੀ ਆਪਾਂ ਸਾਰੇ ਜਾਣਦੇ ਹਾਂ। ਔਰ ਉਸ ਤੋਂ ਬਾਅਦ ਕਾਂਗਰਸ ਵੀ ਲਗਭਗ ਉਸੇ ਜਿਹੜਾ ਹੈਗਾ ਰਾਹ ਦੇ ਉੱਤੇ ਚੱਲੀ ਹੋਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਨੇ ਸਰਕਾਰਾਂ ਇੱਕ ਦੂਜੇ ਦੇ ਉੱਤੇ ਇਹ ਦੂਸ਼ਣਬਾਜ਼ੀ ਕਰਦੀਆਂ ਨੇ। ਪਰ ਦੋਵੇਂ ਸਰਕਾਰਾਂ, ਚਾਹੇ ਉਹ ਅਕਾਲੀ ਦਲ BJP ਦੀ ਸਰਕਾਰ ਹੋਵੇ, ਚਾਹੇ ਹੁਣ ਕਾਂਗਰਸ ਦੀ ਸਰਕਾਰ ਹੋਵੇ, ਦੋਵੇਂ ਸਰਕਾਰਾਂ ਹੀ ਜਿਹੜੀਆਂ ਗੈਂਗਸਟਰ ਨੂੰ ਕਿਵੇਂ ਕਿਤੇ ਨਾ ਕਿਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੀਆਂ ਰਹੀਆਂ ਨੇ। ਔਰ ਜਿਹੜਾ ਤੁਸੀਂ ਅੰਸਾਰੀ ਜੀ ਦੀ ਗੱਲ ਕੀਤੀ ਹੈ, ਅੰਸਾਰੀ ਹੋਰੀ ਬੇਸ਼ੱਕ ਉੱਥੇ MLA ਨੇ, ਵਿਧਾਇਕ ਨੇ, ਪਰ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਜਿਹੜੇ ਵਿਧਾਇਕ ਨੇ, ਖਾਸ ਤੌਰ 'ਤੇ ਯੂਪੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਯੂਪੀ ਜਾਂ ਬਿਹਾਰ ਦੀ, ਉੱਥੇ ਕਿਸ ਤਰ੍ਹਾਂ ਗੁੰਡਾਗਰਦੀ ਦਾ ਰਾਜ ਹੁੰਦਾ ਔਰ ਜਿਹੜੀ ਸਿਆਸਤ ਹੈ ਔਰ ਕਿਵੇਂ ਗੁੰਡਾਗਰਦੀ ਦੇ ਰਾਹੀਂ ਉਹ ਜਿਹੜੀ ਹੈਗੀ ਸੱਤਾ 'ਚ ਆਉਂਦੀ ਹੈ, ਆਪਾਂ ਸਾਰੇ ਜਾਣਦੇ ਹਾਂ। ਔਰ ਲਗਭਗ ਉਹੀ ਹਾਲ ਤੁਸੀਂ ਦੇਖੋਗੇ ਕਿ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਣ ਜਾ ਰਿਹਾ। ਪੰਜਾਬ ਨੂੰ ਵੀ UP ਬਿਹਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਕਰਕੇ ਬੇਸ਼ੱਕ ਰੰਧਾਵਾ ਸਾਹਿਬ ਕਿੰਨਾ ਮਰਜ਼ੀ ਮੁੱਕਣ, ਪਰ ਜੋ ਹਕੀਕਤ ਹੈ, ਜੋ ਸਾਡੇ ਇਸ ਵੇਲੇ ਤੱਥ ਸਾਨੂੰ ਦਿਖਾਈ ਦਿੰਦੇ ਨੇ ਇਸ ਕੇਸ ਦੇ ਵਿੱਚ, ਉਹ ਉੱਥੋਂ ਸਾਫ਼ ਜ਼ਾਹਿਰ ਹੈ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਸ਼ਰੇਆਮ ਉਸ ਮਤਲਬ ਇੱਕ ਗੁੰਡੇ ਵਿਧਾਇਕ ਦੀ ਜਿਹੜੀ ਹੈਗੀ ਆ ਪਿੱਠ ਪਿੱਛੇ ਆਈ ਹੋਈ ਹੈ ਔਰ ਉਹਨੂੰ ਬਚਾਉਣ ਦੇ ਲਈ, ਉਹਨੂੰ ਰਾਹਤ ਦੇਣ ਦੇ ਲਈ ਲਗਾਤਾਰ ਉਹਦੀਆਂ ਕੋਸ਼ਿਸ਼ਾਂ ਜਾਰੀ ਨੇ। ਜਿਵੇਂ ਅਸੀਂ ਕੱਲ੍ਹ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਜਾਂ ਫੋਟੋਆਂ ਵਾਇਰਲ ਹੋਈਆਂ ਨੇ, ਉੱਥੋਂ ਸਾਫ਼ ਝਲਕਦਾ ਹੈ ਕਿ ਕਾਂਗਰਸ ਸਰਕਾਰ ਜਿਹੜੀ ਹੈਗੀ ਹੈ ਅੰਸਾਰੀ ਜੀ ਦੇ ਪਿੱਠ ਪਿੱਛੇ ਜਿਹੜੀ ਹੈਗੀ ਖਲੋਤੀ ਨਜ਼ਰ ਆ ਰਹੀ ਹੈ। ਜਿਹੜੇ ਅਕਾਲੀ ਦਲ ਹੈ ਇਹ ਬਿਲਕੁਲ ਜਾਇਜ਼, ਉਹਦਾ ਜਿਹੜਾ ਰੌਲਾ ਪਾਉਣਾ ਹੈ ਬਿਲਕੁਲ ਜਾਇਜ਼ ਹੈ ਉਹਦਾ। ਡਾਕਟਰ ਸਾਹਿਬ, ਕਿਤੇ ਨਾ ਕਿਤੇ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਇਸ ਵੇਲੇ ਵੱਡੀ ਪੱਧਰ ਦੇ ਉੱਤੇ ਉਹ ਕਿਸਾਨੀ ਮੁੱਦਿਆਂ ਨੂੰ ਲੈ ਕੇ ਜਿਹੜੇ ਉਹ ਬਾਰਡਰਾਂ ਦੇ ਉੱਤੇ ਬੈਠੇ ਨੇ, ਬੰਗਾਲ ਵੀ ਜਾ ਰਹੇ ਨੇ, ਹੋਰ ਵੀ ਪਾਸੇ ਜਿਹੜੇ ਦੇਸ਼ ਦੇ ਵਿੱਚ ਜਾ ਰਹੇ ਨੇ।
ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਕਿ ਇਸ ਮੁੱਦੇ ਤੋਂ ਧਿਆਨ ਭਟਕਾਉਣ ਦਾ ਵੀ ਜਿਹੜਾ ਇਹ ਇੱਕ ਤਰੀਕਾ ਹੋ ਸਕਦਾ ਹੈ। ਦੇਖੋ, ਸਰਕਾਰਾਂ ਬਹੁਤ ਸਾਰੀਆਂ ਚਾਲਾਂ ਚੱਲਦੀਆਂ ਨੇ। ਤੁਸੀਂ ਦੇਖੋਗੇ ਕਿ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਜਿਵੇਂ 26 ਜਨਵਰੀ ਵਾਲਾ ਜਿਹੜਾ ਕੇਸ ਆਇਆ, ਉਹਨੂੰ ਕਿਵੇਂ ਮੁੱਦੇ ਤੋਂ ਧਿਆਨ ਭਟਕਾਇਆ। ਔਰ ਇੱਥੋਂ ਤੱਕ ਕਿ ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜੇ ਕਰੋਨਾ ਦਾ ਇਸ ਵੇਲੇ ਦੁਬਾਰਾ ਉਹਨੂੰ ਇਹ ਕਹਿਣਾ ਕਿ ਕਰੋਨਾ ਹਾਵੀ ਹੋ ਗਿਆ, ਕਰੋਨਾ ਬਹੁਤ ਫੈਲ ਰਿਹਾ ਹੈ ਔਰ ਲਗਾਤਾਰ ਉਹਦੇ ਉੱਤੇ ਆਪਾਂ ਨੂੰ ਹੈਗੀ ਹੈ ਸਿਆਸਤ ਹੋ ਰਹੀ ਹੈ। ਸੋ ਇਹੀ ਮੇਰਾ ਕਹਿਣ ਦਾ ਮਤਲਬ ਹੈ ਕਿ ਲਾਜ਼ਮੀ ਤੌਰ 'ਤੇ ਕਿਸਾਨਾਂ ਦੇ ਮੁੱਦੇ ਜਿਹੜੇ ਨੇ ਇਸ ਵੇਲੇ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਕਨਸਨਟ੍ਰੇਟ ਹੋ ਕੇ, ਇੱਕ ਕੇਂਦਰਿਤ ਹੋ ਕੇ ਜਿਹੜਾ ਹੈਗਾ ਧਿਆਨ ਜਦੋਂ ਕਿ ਕਿਸਾਨੀ ਦੇ ਉੱਤੇ ਲਾਉਣਾ ਚਾਹੀਦਾ ਹੈ ਔਰ ਇਹ 3 ਕਾਲੇ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉੱਥੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਲੋਕਾਂ ਨੂੰ ਜਿਹੜੇ ਨੇ ਮੁੱਦੇ ਭੜਕਾ ਕੇ, ਲੋਕਾਂ ਦੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਗੈਰ ਜ਼ਰੂਰੀ ਮੁੱਦੇ ਨੇ ਉਹਨਾਂ ਨੂੰ ਭੜਕਾ ਕੇ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਕਿਸਾਨਾਂ ਦਾ ਜਾਂ ਆਮ ਲੋਕਾਂ ਦਾ ਜਿਹੜਾ ਧਿਆਨ ਹੈ ਵਾਕਈ ਜਿਵੇਂ ਤੁਸੀਂ ਕਹਿ ਰਹੇ ਹੋ ਭੜਕਾਉਣ ਦੀ ਕਿਤੇ ਨਾ ਕਿਤੇ ਉਹ ਜ਼ਰੂਰ ਸਾਜ਼ਿਸ਼ ਦੇ ਵਿੱਚ ਨਜ਼ਰ ਆ ਰਹੀ ਹੈ। ਆਪਾਂ ਬੰਗਾਲ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ, ਤੇ ਉੱਥੇ ਕਿਸਾਨ ਆਗੂ ਰਾਜੇਵਾਲ ਤੇ ਟਕੈਤ ਸਾਹਿਬ ਤੇ ਹੋਰ ਕਈ ਆਗੂ ਉੱਥੇ ਗਏ ਨੇ। ਬਿਲਕੁਲ। ਤੇ ਵੱਡੀ ਪੱਧਰ ਦੇ ਉੱਤੇ ਜਿਹੜਾ ਉੱਥੇ ਵੀ ਜਿਹੜਾ ਬੀਜੇਪੀ ਦੇ ਖਿਲਾਫ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਾ ਦਿਓ, ਭਾਵੇਂ ਜਿਸ ਨੂੰ ਮਰਜ਼ੀ ਦੇ ਦਿਓ ਤੁਸੀਂ। ਤੇ ਸਭ ਤੋਂ ਵੱਡੀ ਗੱਲ ਇੱਥੇ ਸਾਹਮਣੇ ਆਈ ਹੈ ਕਿ ਉੱਥੇ ਲੋਕਲ ਮੁੱਦੇ ਵੀ ਚੱਕੇ ਜਾ ਰਹੇ ਨੇ, ਮਹਿੰਗਾਈ ਵਰਗੇ ਤੇ ਹੋਰ ਚੀਜ਼ਾਂ ਮੁੱਦੇ ਵਿੱਚ ਜਿਹੜੇ ਚੱਕੇ ਜਾ ਰਹੇ ਨੇ, ਤੇ ਲੋਕ ਜਿਹੜੇ ਨੇ ਮਹਾਂ ਪੰਚਾਇਤਾਂ ਦੇ ਵਿੱਚ ਵੱਡੀ ਸਪੋਰਟ ਜਿਹੜੀ ਉਹਨਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਇੱਕ ਵੱਡੇ ਦਬਾਅ ਵਿੱਚ ਆਉਣ ਜਾ ਰਹੀ ਹੈ, ਜਦੋਂ ਕਿ 5 ਰਾਜਾਂ 'ਚ ਚੋਣਾਂ ਹੋ ਰਹੀਆਂ, ਜੇ 5 ਰਾਜਾਂ 'ਤੇ ਜਾਂਦੇ ਨੇ ਇਹ ਚੋਣ ਪ੍ਰਚਾਰ ਕਰਨ ਤੇ ਇਹਨਾਂ ਨੂੰ ਹਾਰ ਦਿਖਦੀ ਹੈ, ਤੇ ਕੀ ਮੁੱਦਾ ਜਿਹੜਾ ਇਹਨਾਂ ਦਾ ਕਾਨੂੰਨ ਵਾਪਸ ਹੋ ਸਕਦੇ ਨੇ ਉਸ ਮੁੱਦੇ ਦੇ ਉਸ ਨੂੰ ਲੈ ਕੇ? ਹਾਂ ਜੀ, ਦੇਖੋ ਕਿ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ, ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਕੀ ਹੋਇਆ ਕਿ ਬੀਜੇਪੀ ਦਾ ਬਿਲਕੁਲ ਸਫਾਇਆ ਹੋਇਆ ਔਰ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਲੋਕ ਜਿਹੜੇ ਨੇ ਸਾਨੂੰ ਲਗਾਤਾਰ ਦਿਖਾਈ ਦੇ ਰਹੇ ਨੇ। ਉਸ ਤੋਂ ਬਾਅਦ ਹਰਿਆਣੇ ਦੀ ਗੱਲ ਕਰੋ ਔਰ ਹਰਿਆਣੇ ਦੇ ਵਿੱਚ ਇਸ ਵੇਲੇ ਬੀਜੇਪੀ ਔਰ ਜੇਜੇਪੀ ਦੀ ਸਰਕਾਰ ਹੈ ਔਰ ਉੱਥੇ ਵੀ ਇੱਕ ਵੱਡੇ ਇਸ ਵੇਲੇ ਖਤਰੇ ਦੀ ਘੰਟੀ ਜਿਹੜੀ ਹੈਗੀ ਹੈ, ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਉਹ ਦਿਖਾਈ ਦੇ ਰਹੀ ਹੈ। ਉਸ ਤੋਂ ਬਾਅਦ ਤੁਸੀਂ ਯੂਪੀ ਦੀ ਗੱਲ ਕਰਦੇ ਹਾਂ, ਯੂਪੀ ਦੇ ਵਿੱਚ ਵੀ ਕਿਸਾਨਾਂ ਨੇ ਖਾਸ ਤੌਰ 'ਤੇ ਜਿਹੜੀ ਹੈਗੀ ਹੈ ਉੱਥੋਂ ਦੀ ਜਿਹੜੀ ਬੀਜੇਪੀ ਸਰਕਾਰ ਦੇ ਲਈ ਮਤਲਬ ਬਹੁਤ ਸਿਰਦਰਦੀ ਖੜੀ ਕੀਤੀ ਹੋਈ ਹੈ। ਔਰ ਤੁਸੀਂ ਉੱਤਰਾਖੰਡ ਦੀ ਗੱਲ ਕਰ ਲਓ ਜਾਂ ਜਿੱਥੇ ਜਿੱਥੇ ਇਹ ਅੰਦੋਲਨ ਜਾ ਰਿਹਾ ਹੈ, ਹੌਲੀ ਹੌਲੀ ਫੈਲ ਰਿਹਾ, ਟਾਈਮ ਜ਼ਰੂਰ ਲੱਗ ਰਿਹਾ ਹੈ। ਮੈਂ ਨਹੀਂ ਕਹਿੰਦਾ ਕਿ ਕਿਉਂਕਿ ਅੱਜ ਲਗਭਗ 108 ਦਿਨ ਇਹਨਾਂ ਨੂੰ 109 ਦਿਨ ਹੋ ਚੁੱਕੇ ਨੇ ਇਸ ਸੰਘਰਸ਼ ਨੂੰ ਸ਼ੁਰੂ ਹੋਇਆ ਦਿੱਲੀ ਦੇ ਵਿੱਚ। ਸੋ ਜਦੋਂ ਅਸੀਂ ਇਸ ਸੰਘਰਸ਼ ਦੀ ਸਪੀਡ ਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਬਹੁਤ ਤੇਜ਼ੀ ਦੇ ਨਾਲ ਇਹ ਸੰਘਰਸ਼ ਜਿਹੜਾ ਹੈਗਾ ਬਾਕੀ ਸੂਬਿਆਂ ਦੇ ਵਿੱਚ ਫੈਲ ਰਿਹਾ ਹੁਣ, ਕਿਉਂਕਿ ਇੱਕ ਸ਼ੁਭ ਮੌਕਾ ਹੈ ਕਿ ਹੁਣ ਜਿਹੜੀ ਹੈਗੀ ਆ ਕਿਸਾਨਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ, ਖਾਸ ਤੌਰ 'ਤੇ ਬੰਗਾਲ ਵਰਗੇ ਜਾਂ ਜਿੱਥੇ 5 ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤਾਂ ਉਹਨਾਂ ਸੂਬਿਆਂ ਦੇ ਵਿੱਚ ਕਿਸਾਨ ਜਿਹੜੇ ਨੇ ਵਾਰੋ-ਵਾਰੀ ਜਾ ਕੇ ਆਪਣੀ ਗੱਲ ਰੱਖਣਗੇ। ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦਾ ਮਕਸਦ ਇੱਕੋ ਹੀ ਹੈ ਕਿ ਇਸ ਵੇਲੇ ਬੀਜੇਪੀ ਨੂੰ ਹਰਾਉਣਾ, ਖਾਸ ਤੌਰ 'ਤੇ ਜਿਹੜੀ ਸੈਂਟਰ ਦੀ ਬੀਜੇਪੀ ਹੈ, ਉਹ ਬੀਜੇਪੀ ਸਰਕਾਰ ਹੈ, ਉਹਦੇ ਉੱਤੇ ਕਿਵੇਂ ਨਾ ਕਿਵੇਂ ਪ੍ਰੈਸ਼ਰ ਬਣਾ ਕੇ ਆਪਣੇ ਕਾਲੇ ਕਾਨੂੰਨ ਜਿਹੜੇ ਨੇ ਉਹ ਖਤਮ ਕਰਨਾ, ਉਹਨਾਂ ਨੂੰ ਖਤਮ ਕਰਾਉਣ ਦਾ ਜਿਹੜਾ ਮਕਸਦ ਹੈ ਉਹ ਉੱਥੇ ਇਹਨਾਂ ਬੰਗਾਲ ਦੀਆਂ ਚੋਣਾਂ ਦੇ ਵਿੱਚ ਸਾਨੂੰ ਝਲਕਦਾ ਨਜ਼ਰ ਆ ਰਿਹਾ। ਸੋ ਕੱਲ੍ਹ ਗਏ ਨੇ, ਉਹਨਾਂ ਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਔਰ ਕਿਸਾਨ ਤੇ ਆਮ ਲੋਕ ਜਿਹੜੇ ਨੇ, ਜਿਵੇਂ ਤੁਸੀਂ ਕਿਹਾ ਕਿ ਇਸ ਵੇਲੇ ਸਿਰਫ ਕਿਸਾਨ ਹੀ ਜਿਹੜਾ ਹੈਗਾ ਬੀਜੇਪੀ ਦੇ ਖਿਲਾਫ ਨਹੀਂ ਹੈ, ਸਗੋਂ ਆਮ ਲੋਕ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਵੇਂ ਪੈਟਰੋਲ ਤੇ ਡੀਜ਼ਲ ਔਰ ਗੈਸ ਦੀਆਂ ਜਿਹੜੀਆਂ ਰੇਟਸ ਨੇ, ਜਿਹੜੇ ਉਹਨਾਂ ਦੀਆਂ ਕੀਮਤਾਂ ਨੇ, ਉਹ ਕਿਸ ਅਸਮਾਨਾਂ ਨੂੰ ਛੂ ਚੁੱਕੀਆਂ ਨੇ ਔਰ 100 ਤੋਂ ਵੱਧ ਰੁਪਏ ਦੇ ਵਿੱਚ ਅੱਜ ਪਰ ਲੀਟਰ ਜਿਹੜਾ ਹੈਗਾ ਪੈਟਰੋਲ ਸਾਨੂੰ ਮਿਲ ਰਿਹਾ। ਸੋ ਇਹ ਜਿੱਥੋਂ ਤੱਕ ਮਹਿੰਗਾਈ ਦੀ ਗੱਲ ਹੈ ਜਾਂ ਜਿੱਥੋਂ ਤੱਕ ਹੋਰ ਬੁਨਿਆਦੀ ਮੁੱਦਿਆਂ ਦੀ ਗੱਲ ਹੈ, ਚਾਹੇ ਐਜੂਕੇਸ਼ਨ ਦੀ, ਸਿੱਖਿਆ ਦੀ ਗੱਲ ਹੋਵੇ, ਚਾਹੇ ਹੈਲਥ ਦੀ ਗੱਲ ਹੋਵੇ, ਮੈਨੂੰ ਲੱਗਦਾ ਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਇਹਨਾਂ ਤੋਂ ਮੂੰਹ ਫੇਰ ਚੁੱਕੀਆਂ ਨੇ ਔਰ ਜਿਹੜੀਆਂ ਸਰਮਾਏਦਾਰ ਜਾਂ ਕਾਰਪੋਰੇਟ ਵਰਲਡ ਹੈ, ਕਾਰਪੋਰੇਟ ਦੁਨੀਆ ਹੈ, ਉਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਦੇਣ ਨੂੰ ਫਿਰਦੀਆਂ ਨੇ। ਪਹਿਲਾਂ ਰੇਲਾਂ ਵੇਚੀਆਂ ਗਈਆਂ ਕੇਂਦਰ ਸਰਕਾਰ ਦੇ ਦੁਆਰਾ ਔਰ ਫਿਰ ਜਹਾਜ਼ ਵੇਚੇ ਗਏ ਔਰ ਪਤਾ ਨਹੀਂ ਕੀ ਵੇਚਿਆ ਗਿਆ, ਜਿਹੜਾ ਹੈਗਾ ਇਸ ਵੇਲੇ ਪੂਰਾ ਹਿੰਦੁਸਤਾਨ ਜਿਹੜਾ ਹੈਗਾ ਉਹਨੂੰ ਵੇਚਣ 'ਤੇ ਲਾਇਆ ਹੋਇਆ। ਸੋ ਲੋਕਾਂ ਦੇ ਦੇ ਵਿੱਚ ਇਹ ਗੁੱਸਾ ਫੁੱਟਣਾ ਇੱਕ ਲਾਜ਼ਮੀ ਗੱਲ ਹੈ। ਇਹ ਮੈਨੂੰ ਲੱਗਦਾ ਹੈ ਕਿ ਜਿਉਂ-ਜਿਉਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ, ਜਿਉਂ-ਜਿਉਂ ਲੋਕਾਂ ਨੂੰ ਚੇਤਨਾ ਆ ਰਹੀ ਹੈ, ਤਿਉਂ-ਤਿਉਂ ਬੀਜੇਪੀ ਦੇ ਖਿਲਾਫ ਜਿਹੜਾ ਇੱਕ ਵੱਡੀ ਲਹਿਰ ਜਿਹੜੀ ਹੈਗੀ ਹੈ ਬਣਦੀ ਹੈ ਇਸ ਵੇਲੇ, ਇਕੱਲੇ ਬੰਗਾਲ ਵਿੱਚ ਹੀ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਉਹ ਨਜ਼ਰ ਆ ਰਹੀ ਹੈ। ਸੋ ਇਹਦਾ ਫਾਇਦਾ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਜ਼ਰੂਰ ਹੋਏਗਾ।
ਤੁਸੀਂ ਗੱਲ ਕੀਤੀ ਕਿ ਵੱਡੀ ਲਹਿਰ ਬਣਦੀ ਜਾ ਰਹੀ ਹੈ ਤੇ ਬੀਜੇਪੀ ਨੂੰ ਢਾਹ ਲੱਗੇਗੀ ਇਸ ਦੇ ਨਾਲ, ਪਰ ਬੀਜੇਪੀ ਵਾਲੇ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੋ ਰਹੇ। ਉਹ ਜਿੱਥੇ ਇੱਕ ਪਾਸੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਵੇਰਵੇ ਮੰਗ ਰਹੇ ਨੇ ਕਿ ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਪਾਵਾਂਗੇ, ਆੜ੍ਹਤੀਆਂ ਨੂੰ ਬਾਹਰ ਕੱਢਾਂਗੇ, ਉੱਥੇ ਸਿੰਘੂ ਬਾਰਡਰ ਤੇ ਟੀਕਰੀ ਬਾਰਡਰ ਤੇ ਜਿਹੜੇ ਕਿਸਾਨ ਨੇ ਉਹ ਪੱਕੇ ਮਕਾਨ ਦੀ ਉਸਾਰੀ ਦੀ ਲੱਗੇ ਨੇ, ਕਿਉਂਕਿ ਅੰਦੋਲਨ ਦੇ ਦੌਰਾਨ ਜਿਹੜਾ ਉਹਨਾਂ ਨੂੰ ਔਖਾ ਹੋ ਰਿਹਾ ਸੀਗਾ ਤੇ ਉਹਨਾਂ ਤੇ ਤਾਂ ਪਰਚੇ ਦਰਜ ਕਰ ਰਹੇ ਨੇ ਜੀ। ਫਿਰ ਇਹ ਕਿੱਧਰ ਨੂੰ ਜਾ ਰਿਹਾ ਹੈ? ਮਤਲਬ ਇਹਨਾਂ ਨੂੰ ਕੋਈ ਡਰ ਹੈ ਨਹੀਂ ਕਿ ਵੀ ਸਾਨੂੰ ਕੱਲ੍ਹ ਨੂੰ ਵੋਟਾਂ ਮਿਲਣਗੀਆਂ ਜਾਂ ਨਹੀਂ ਮਿਲਣਗੀਆਂ? ਹਾਂ ਸਰ, ਜਦੋਂ ਦੀਵੇ ਨੇ ਬੁਝਣਾ ਹੁੰਦਾ ਨਾ, ਉਹ ਇੱਕ ਵਾਰੀ ਜ਼ਰੂਰ ਫੜਫੜਾਉਂਦਾ ਹੈ। ਤੁਸੀਂ ਦੇਖਿਆ ਹੋਏਗਾ ਕਿ ਉਹ ਲਗਾਤਾਰ ਇਦਾਂ ਫੜਫੜਾਏਗਾ। ਸੋ ਬੀਜੇਪੀ ਦੀ ਹਾਲਤ ਇਸ ਵੇਲੇ ਉਸ ਦੀਵੇ ਬੁਝ ਰਹੇ ਦੀਵੇ ਵਰਗੀ ਹੈ, ਉਹ ਫੜਫੜਾ ਰਹੀ ਹੈ। ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਕਿ ਕਦੇ ਉਹ ਆੜ੍ਹਤੀਆਂ ਦੇ ਉੱਤੇ ਕੇਸ ਵੀ ਬਣਾਉਂਦੀ ਹੈ, ਕਦੇ ਆੜ੍ਹਤੀਆ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ, ਕਦੇ ਉਹ ਕਹਿੰਦੀ ਹੈ ਕਿ ਇਹ ਤਾਂ ਵਿਚੋਲੀਏ ਨੇ, ਇਹਨਾਂ ਨੂੰ ਖਤਮ ਕੀਤਾ ਜਾਏ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਉਹ ਲਗਾਤਾਰ ਕਰ ਰਹੀ ਹੈ। ਔਰ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਲੋਕ ਉੱਥੇ ਸੰਘਰਸ਼ ਕਰ ਰਹੇ ਨੇ ਬਾਰਡਰਾਂ ਦੇ ਉੱਤੇ, ਉਹ ਜਿਹੜੇ ਆਪਣਾ ਚਾਹੇ ਧੁੱਪ ਤੋਂ ਬਚਣ ਦੇ ਲਈ, ਚਾਹੇ ਉਹ ਠੰਡ ਤੋਂ ਬਚਣ ਦੇ ਲਈ ਆਪਣਾ ਜਿਹੜਾ ਟੈਂਪਰੇਰੀ ਉਹ ਜੁਗਾੜ ਕਰ ਰਹੇ ਨੇ, ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਕੇਸ ਬਣਾਏ ਜਾ ਰਹੇ ਨੇ ਕਿਸਾਨਾਂ ਦੇ। ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਭੜਕੜਾਹਟ ਹੈ ਬੀਜੇਪੀ ਦੀ, ਉਹ ਸਾਨੂੰ ਦੇਖਣ ਨੂੰ ਨਜ਼ਰ ਆ ਰਹੀ ਹੈ। ਔਰ ਇਹਦੇ ਵਿੱਚੋਂ ਤੁਹਾਨੂੰ ਨਿਕਲੇਗਾ ਕੀ? ਇਹਦੇ ਵਿੱਚੋਂ ਅਲਟੀਮੇਟਲੀ ਲੋਕਾਂ ਦੇ ਤਾਕਤ ਦੇ ਸਾਹਮਣੇ ਕੋਈ ਵੀ ਸੱਤਾ ਅੱਜ ਤੱਕ ਤਾਂ ਮੈਨੂੰ ਦਿਖਾਈ ਨਹੀਂ ਦਿੱਤੀ ਕਿ ਉਹ ਟਿਕ ਗਈ ਹੋਵੇ। ਸਾਡੇ ਕੋਲ ਐਗਜ਼ਾਮਪਲਾਂ ਨੇ, ਸਾਡੇ ਕੋਲ 1975 ਦੀ ਐਮਰਜੈਂਸੀ ਦੀ ਕਾਂਗਰਸ ਦੀ ਜਿਹੜੀ ਐਗਜ਼ਾਮਪਲ ਹੈ, ਜਿਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਇੰਦਰਾ ਗਾਂਧੀ ਨੇ ਬਹੁਤ ਵੱਡਾ ਇੱਕ ਜਿਹੜਾ ਅਸੀਂ ਰੋਲ ਅਦਾ ਕੀਤਾ ਸੀਗਾ। ਔਰ ਉਸ ਐਮਰਜੈਂਸੀ ਤੋਂ ਬਾਅਦ ਕੀ ਹਾਲਤ ਹੋਈ ਸੀ ਇੰਦਰਾ ਗਾਂਧੀ ਦੀ, ਖਾਸ ਤੌਰ 'ਤੇ ਕਾਂਗਰਸ ਦੀ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਸਫਾਇਆ ਹੋ ਗਿਆ ਸੀਗਾ। ਸੋ ਇਸ ਤਰ੍ਹਾਂ ਦੀ ਜੇ ਐਮਰਜੈਂਸੀ ਵਰਗੀ ਹਾਲਾਤ ਜਿਹੜੇ ਨੇ ਜੇ ਹੁਣ ਬਣਾਏ ਜਾ ਰਹੇ ਨੇ, ਤਾਂ ਲਾਜ਼ਮੀ ਤੌਰ 'ਤੇ ਇਹਦੇ ਵਿੱਚੋਂ ਕਿਸਾਨਾਂ ਦਾ ਫਾਇਦਾ ਹੋਏਗਾ ਔਰ ਬੀਜੇਪੀ ਦਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸਫਾਇਆ ਹੋਣ ਦੀਆਂ ਸੰਭਾਵਨਾਵਾਂ ਮੈਨੂੰ ਨਜ਼ਰ ਆ ਰਹੀਆਂ ਨੇ, ਕਿਉਂਕਿ ਲੋਕਾਂ ਦੀ ਤਾਕਤ ਦੇ ਸਾਹਮਣੇ ਚਾਹੇ ਵੱਡੇ ਤੋਂ ਵੱਡੇ ਜਿਹੜੇ ਮਹਾਰਥੀ ਨੇ ਉਹ ਟਿਕ ਨਹੀਂ ਪਾਉਂਦੇ। ਔਰ ਬੀਜੇਪੀ ਤਾਂ ਮੈਨੂੰ ਲੱਗਦਾ ਕਿ ਉਹ ਖੜ ਨਹੀਂ ਪਾਏਗੀ ਇਸ ਸੰਘਰਸ਼ ਦੇ ਅੱਗੇ। ਡਾਕਟਰ ਸਾਹਿਬ, ਇਸ ਦੌਰਾਨ ਜਿਹੜਾ ਇਹ ਦੇਖਣ ਨੂੰ ਮਿਲਿਆ ਕਿ ਜਦੋਂ ਤੋਂ ਕਿਸਾਨੀ ਮੁੱਦਾ ਉੱਠਿਆ, 3 ਖੇਤੀ ਕਾਨੂੰਨਾਂ ਦੇ ਖਿਲਾਫ ਰੌਲਾ ਪੈਣਾ ਸ਼ੁਰੂ ਹੋਇਆ, ਕਿਸਾਨਾਂ ਦਾ ਸਾਰਾ ਧਿਆਨ ਉੱਧਰ ਹੋ ਗਿਆ, ਸਿਆਸਤ ਨੂੰ ਲਾਂਭੇ ਕਰ ਦਿੱਤਾ ਗਿਆ ਕਿਸਾਨਾਂ ਵੱਲੋਂ, ਕਿਸੇ ਵੀ ਸਿਆਸਤਦਾਨ ਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ। ਇਸ ਦੌਰਾਨ ਜਿਹੜੀ ਪੰਜਾਬ ਦੀ ਸਿਆਸਤ ਲਗਭਗ ਜਿਹੜੀ ਆ ਉਹ ਹਾਸ਼ੀਏ 'ਤੇ ਚਲੀ ਗਈ ਸੀ। ਪਰ ਹਰ ਕੋਈ ਬੰਦਾ, ਜਿੱਥੇ ਕਿਸਾਨ ਇਹ ਕਹਿ ਰਹੇ ਨੇ ਕਿ ਸਾਨੂੰ ਸਿਆਸਤਦਾਨਾਂ ਤੋਂ ਨਫ਼ਰਤ ਹੈ, ਅਸੀਂ ਸਿਆਸਤਦਾਨਾਂ ਦੇ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਸਾਡੀ ਇਹ ਹਾਲਤ ਹੋਈ ਹੈ, ਉੱਥੇ ਹਰ ਜਿਹੜਾ ਲੀਡਰ ਹੈ ਉਹ ਇਹ ਕਹਿ ਰਿਹਾ ਵੀ ਅਸੀਂ ਜਿਹੜੇ ਕਿਸਾਨਾਂ ਦੇ ਨਾਲ ਆ, ਸਾਡੀ ਪਾਰਟੀ ਕਿਸਾਨਾਂ ਵਾਲੀ ਪਾਰਟੀ ਹੈ। ਅਤੇ ਇਸ ਦੌਰਾਨ ਅਕਾਲੀ ਦਲ ਵੀ ਜਿਹੜਾ ਉਹ ਇਹ ਪਿੱਛੇ ਜੇ ਸੁਖਬੀਰ ਬਾਦਲ ਦਾ ਜਿਹੜਾ ਇੱਕ ਬਿਆਨ ਆਇਆ, ਇੰਟਰਵਿਊ ਦਿੱਤੀ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ, ਉਹਦੇ ਵਿੱਚ ਕਹਿੰਦੇ ਵੀ ਸਾਡੀ ਪਾਰਟੀ ਜਿਹੜੀ ਸਭ ਤੋਂ ਵੱਡੀ ਜਿਹੜੀ ਹੈ ਉਹ ਕਿਸਾਨਾਂ ਦੀ ਪਾਰਟੀ ਹੈ ਅਤੇ ਸਾਡੀ ਪਾਰਟੀ ਜਿਹੜੀ ਹੈ ਕਿਸਾਨਾਂ ਦੀ ਹਿਤੈਸ਼ੀ ਹੈ। ਅਤੇ ਇਸੇ ਚੱਕਰ ਦੇ ਵਿੱਚ ਉਹਨਾਂ ਨੇ ਉੱਥੇ ਖੱਟਰ ਸਰਕਾਰ ਦਾ, ਮੁੱਖ ਮੰਤਰੀ ਖੱਟਰ ਦਾ ਜਿਹੜਾ ਉਹਨਾਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ, ਉਹਦਾ ਘਿਰਾਓ ਵੀ ਕੀਤਾ, ਪਰਚਾ ਵੀ ਦਰਜ ਹੋਣਾ ਜਾ ਰਿਹਾ ਉਹਨਾਂ 'ਤੇ। ਦੇਖੋ, ਜਿੱਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ, ਇਹ ਲਗਭਗ 100 ਸਾਲ ਪੁਰਾਣੀ ਪਾਰਟੀ। ਆਪਾਂ ਨੂੰ ਪਤਾ ਹੈ ਕਿ 2020 ਦੇ ਵਿੱਚ ਇੱਕ ਪੂਰੀ ਦੀ ਪੂਰੀ ਇੱਕ ਸ਼ਤਾਬਦੀ ਦੀ ਪਾਰਟੀ ਹੋ ਚੁੱਕੀ ਹੈ। ਇਹਦਾ ਜਿਹੜਾ ਹੈਗਾ 100 ਸਾਲਾ ਵੀ ਉਹਨਾਂ ਨੇ ਮਨਾਇਆ ਪਿੱਛੇ ਜੇ। ਇਹਨਾਂ 100 ਸਾਲਾਂ ਦੇ ਵਿੱਚ ਬੇਸ਼ੱਕ ਜਦੋਂ ਇਹ ਸ਼ੁਰੂਆਤ ਹੋਈ ਸੀ ਗੁਰਦੁਆਰਾ ਸੁਧਾਰ ਲਹਿਰ ਤੋਂ ਸ਼ੁਰੂ ਹੋ ਕੇ, ਬਹੁਤ ਸਾਰੀਆਂ ਕੁਰਬਾਨੀਆਂ ਖਾਸ ਤੌਰ 'ਤੇ ਕਿਸਾਨੀ ਲਹਿਰ ਨਾਲ ਸੰਬੰਧਿਤ ਇਸ ਪਾਰਟੀ ਨੇ ਦਿੱਤੀਆਂ ਨੇ। ਪਰ ਜਿਵੇਂ ਮੈਂ ਪਿਛਲੇ 25-30 ਸਾਲਾਂ ਤੋਂ ਦੇਖ ਰਹੇ ਹਾਂ, ਆਪਾਂ ਖਾਸ ਤੌਰ 'ਤੇ ਅਕਾਲੀ ਦਲ ਦੀ ਜੇ ਰਾਜਨੀਤੀ ਦੀ ਗੱਲ ਕਰਨੀ ਹੋਵੇ, ਤਾਂ ਉਹਨਾਂ ਨੇ ਕਿਸਾਨੀ ਮੁੱਦਿਆਂ ਨੂੰ ਛਿੱਕੇ ਟੰਗਿਆ। ਔਰ ਜਦੋਂ ਪਿਛਲੇ ਦਿਨਾਂ ਦੇ ਵਿੱਚ 10 ਸਾਲ ਉਹਨਾਂ ਦਾ ਰਾਜ ਰਿਹਾ, ਆਪਾਂ ਨੂੰ ਪਤਾ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਵੀ ਕਿਸਾਨਾਂ ਨੇ ਸੰਘਰਸ਼ ਕੀਤਾ ਪੰਜਾਬ ਦੇ ਵਿੱਚ, ਕਿਸਾਨਾਂ ਦੇ ਉੱਤੇ ਡਾਂਗਾਂ ਪਈਆਂ ਨੇ, ਕਿਸਾਨਾਂ ਨੂੰ ਜੇਲ੍ਹ 'ਚ ਸੁੱਟਿਆ ਗਿਆ, ਕਿਸਾਨਾਂ ਨੂੰ ਕੁੱਟਿਆ ਗਿਆ, ਕਿਸਾਨਾਂ ਨੂੰ ਮਾਰਿਆ ਗਿਆ। ਆਪਾਂ ਨੂੰ ਸਾਰਾ ਉਹ ਇਤਿਹਾਸ ਅਸੀਂ ਜਾਣਦੇ ਹਾਂ, ਉਹ ਮਤਲਬ ਇੱਕ ਰਿਕਾਰਡ ਦੇ ਤੌਰ 'ਤੇ ਸਾਡੇ ਕੋਲ ਪਿਆ ਹੈ। ਉਸ ਤੋਂ ਬਾਅਦ ਤੁਸੀਂ ਇਹਨਾਂ ਕਾਲੇ ਕਾਨੂੰਨਾਂ ਦੀ ਗੱਲ ਜਦੋਂ ਸਾਹਮਣੇ ਆਉਂਦੀ ਹੈ, ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਬੀਜੇਪੀ ਔਰ ਅਕਾਲੀ ਦਲ ਦੀ ਸਾਂਝ ਸੀਗੀ ਲਗਭਗ 3-4 ਮਹੀਨੇ ਪਹਿਲਾਂ, ਔਰ ਜਿੰਨੀ ਦੇਰ ਇਹਨਾਂ ਦਾ ਸਾਂਝ ਉਹ ਟੁੱਟੀ ਨਹੀਂ ਸੀਗੀ, ਉਨੀ ਦੇਰ ਲਗਾਤਾਰ ਅਕਾਲੀ ਦਲ ਇਹੀ ਕਹਿੰਦਾ ਰਿਹਾ ਕਿ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਤਾਂ ਕਿਸਾਨਾਂ ਦੇ ਬਹੁਤ ਜ਼ਿਆਦਾ ਪੱਖੀ ਨੇ ਔਰ ਕਿਸਾਨਾਂ ਦੀ ਆਮਦਨ ਇਹਦੇ ਨਾਲ ਬਹੁਤ ਜ਼ਿਆਦਾ ਵਧੇਗੀ। ਔਰ ਇਹਦੇ ਵਿੱਚ ਵੱਡੇ ਬਾਦਲ ਸਾਹਿਬ ਨੂੰ ਵੀ ਸ਼ਾਮਲ ਕੀਤਾ ਗਿਆ। ਜਿਹੜੀ ਦੁਖਦਾਇਕ ਗੱਲ ਇਹ ਹੈ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਉਹ ਕਹਿੰਦੇ ਨੇ ਕਿ ਸਾਡਾ ਇਤਿਹਾਸ
ਕਿਸਾਨਾਂ ਦੇ ਨਾਲ ਖੜਾ ਹੈ, ਕਿਸਾਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਾਂ। ਸੋ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਅੱਜ ਤੋਂ ਉਹ ਜਿਹੜੇ 3 ਮਹੀਨੇ ਪਹਿਲਾਂ ਜਦੋਂ ਇਹ ਕਾਨੂੰਨ ਪਾਸ ਹੋ ਰਿਹਾ ਸੀਗਾ, ਉਦੋਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਅਕਾਲੀ ਦਲ ਦੀਆਂ, ਉਦੋਂ ਠੀਕ ਸੀ ਜਾਂ ਹੁਣ ਠੀਕ ਨੇ ਉਹ। ਸੋ ਇਹ ਆਮ ਲੋਕ ਜਿਹੜੇ ਨੇ ਇਸ ਵੇਲੇ ਪੰਬਲ ਪੁੱਸੇ 'ਚ ਪਏ ਹੋਏ ਨੇ, ਪਰ ਕਿਉਂਕਿ ਉਹਨਾਂ ਨੂੰ ਆਪਣੀ ਵੋਟ ਬੈਂਕ ਚਾਹੀਦਾ ਔਰ ਉਹਦੇ ਵਿੱਚੋਂ ਲਗਾਤਾਰ ਡਰਾਮੇਬਾਜ਼ੀ ਜਿਹੜੀ ਹੈਗੀ ਆ, ਝੂਠ ਬੋਲਿਆ ਜਾ ਰਿਹਾ ਔਰ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਕਿਸਾਨ ਆ। ਜਿਵੇਂ ਸੁਖਬੀਰ ਬਾਦਲ ਦੀ ਤੁਸੀਂ ਗੱਲ ਕੀਤੀ ਹੈ, ਮੈਨੂੰ ਲੱਗਦਾ ਕਿ ਕਿਸਾਨੀ ਨਾਲ ਇਸ ਵੇਲੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਸਾਰੇ ਲੀਡਰਸ਼ਿਪ ਦੀ, ਉਹਨਾਂ ਦਾ ਕਿਸਾਨੀ ਨਾਲ ਕੋਈ ਸੰਬੰਧ ਨਹੀਂ ਹੈ। ਉਹ ਇੱਕ ਬਿਜ਼ਨਸਮੈਨ ਨੇ, ਵਪਾਰੀ ਨੇ ਵੱਡੇ। ਸੋ ਇਸ ਕਰਕੇ ਕਿਸਾਨੀ ਦੇ ਨਾਂ 'ਤੇ ਹੁਣ ਮੈਨੂੰ ਲੱਗਦਾ ਵੀ ਸੰਘਰਸ਼ ਚੱਲ ਰਿਹਾ, ਵੀ ਇਹਦੇ ਵਿੱਚ ਵੀ ਸ਼ਾਇਦ ਅਸੀਂ ਹੱਥ ਧੋ ਲਈਏ ਔਰ ਸਾਡਾ ਕੋਈ ਦਾਅ ਲੱਗ ਜੇ। ਜਿਵੇਂ ਤੁਸੀਂ ਕਿਹਾ ਕਿ ਲੋਕ ਤਾਂ ਹੁਣ ਇਹਨਾਂ ਪਾਰਟੀਆਂ ਨੂੰ ਨਫ਼ਰਤ ਕਰਨਾ ਸ਼ੁਰੂ ਕੀਤਾ ਹੋਇਆ। ਉਹ ਕਿਸੇ ਵੀ ਪਾਰਟੀ ਨੂੰ ਆਪਣੇ ਨੇੜੇ ਨਹੀਂ ਲੱਗਣ ਦੇ ਰਹੇ, ਜਿਹੜੇ ਕਿਸਾਨ ਨੇ ਖਾਸ ਤੌਰ 'ਤੇ। ਸੋ ਦੂਜੇ ਪਾਸੇ ਇਹ ਆਪਣੇ ਆਪ ਨੂੰ ਕਿਸਾਨ ਕਹਾਉਂਦੇ ਹੋਏ ਜਿਹੜੇ ਨੇ ਉੱਤੇ ਜਾ ਰਹੇ ਨੇ ਔਰ ਖੱਟੜ ਸਾਹਿਬ ਦਾ ਉਹਨਾਂ ਨੇ ਜਿਵੇਂ ਘਿਰਾਓ ਕੀਤਾ ਅਤੇ ਉਹਨਾਂ ਦੇ ਕੇਸ ਪੈਣਾ, ਇਹ ਇੱਕ ਆਪਸੀ ਜਿਹੜੀ ਮੈਨੂੰ ਲੱਗਦਾ ਹੈ ਕਿ ਇੱਕ ਫਰੈਂਡਲੀ ਮੈਚ ਦੋਨਾਂ ਦਾ ਚੱਲ ਰਿਹਾ। ਉਹਦੇ ਨਾਲ ਜਿਹੜਾ ਹੈਗਾ ਨਾ ਤਾਂ ਕਿਸਾਨਾਂ ਨੂੰ ਇਹਦਾ ਫਾਇਦਾ ਹੋਏਗਾ ਔਰ ਨਾ ਕਿਸੇ ਹੋਰ ਨੂੰ ਫਾਇਦਾ ਹੋਣਾ। ਇਹ ਆਪਸੀ ਜਿਹੜਾ ਹੈਗਾ ਫਰੈਂਡਲੀ ਮੈਚ ਖੇਡ ਖੂਡ ਕੇ ਜਿਹੜੇ ਨੇ ਉਹ ਆਪਸੀ ਬਾਅਦ ਦੇ ਵਿੱਚ ਕੇਸ ਰੱਦ ਹੋ ਜਾਣੇ, ਇਹ 'ਚ ਕੀ ਗੱਲ ਹੈ। ਔਰ ਮੈਨੂੰ ਲੱਗਦਾ ਨਹੀਂ ਕੋਈ ਇਹਦੇ ਨਾਲ ਕਿਸਾਨੀ ਸੰਘਰਸ਼ ਨੂੰ ਕੋਈ ਫਾਇਦਾ ਨਹੀਂ ਹੋਏਗਾ, ਨਾ ਆਮ ਲੋਕਾਂ ਨੂੰ ਫਾਇਦਾ ਹੋਣਾ ਹੈ। ਬਾਦਲ ਸਾਹਿਬ ਤਾਂ, ਸੁਖਬੀਰ ਬਾਦਲ ਤਾਂ ਇਹ ਕਹਿੰਦੇ ਨੇ ਕਿ ਅਸੀਂ ਉਹ ਸਾਡੀ ਇਹ ਪੰਥਕ ਪਾਰਟੀ ਹੈ, ਅਸੀਂ ਉਹ ਸਿੱਖਾਂ ਦੇ ਸਭ ਤੋਂ ਵੱਡੇ ਨੁਮਾਇੰਦੇ ਹਾਂ, ਜਮਾਤ ਹਾਂ, ਅਤੇ ਨਾਲ ਅਸੀਂ ਉਹ ਜਿਹੜੇ ਕਿਸਾਨਾਂ ਦੀ ਸਭ ਤੋਂ ਵੱਡੀ ਜਿਹੜੀ ਪਾਰਟੀ ਹੈ। ਪਰ ਇਹਦੇ ਬਾਵਜੂਦ ਵੀ ਜਦੋਂ ਪੰਥ ਦੀ ਗੱਲ ਆਉਂਦੀ ਹੈ ਤਾਂ ਬਰਗਾੜੀ ਕਾਂਡ ਜਿਹੜਾ ਉਹ ਅਕਾਲੀ ਦਲ ਦੇ ਵੇਲੇ ਵਾਪਰਦਾ, ਜਿਹੜਾ ਨਕੋਦਰ ਕਾਂਡ ਆ ਉਹ ਅਕਾਲੀ ਦਲ ਦੇ ਵੇਲੇ ਵਾਪਰਦਾ। ਇਨਸਾਫ ਜਿਹੜਾ ਉਹ ਅੱਜ ਤੱਕ ਨਹੀਂ ਮਿਲ ਪਾ ਰਿਹਾ। ਅਤੇ ਕਿਸਾਨੀ ਮੁੱਦੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਕਿਸਾਨੀ ਮੁੱਦੇ ਦੇ ਉੱਤੇ ਜਿਹੜੇ ਬਿੱਲ ਪਾਸ ਹੁੰਦੇ ਨੇ ਤਾਂ ਉਸ ਵੇਲੇ ਉਹਨਾਂ ਦੇ ਸਾਈਨ ਹੁੰਦੇ ਨੇ। ਅਤੇ ਲੋਕਾਂ ਨੂੰ ਸਮਝ ਕਦੋਂ ਆਏਗੀ ਜੀ? ਨਹੀਂ, ਲੋਕ ਸਮਝ ਰਹੇ ਨੇ ਸਰ। ਤੁਸੀਂ ਦੇਖੋਗੇ ਕਿ ਇਸ ਵੇਲੇ ਜਿਵੇਂ ਤੁਸੀਂ ਆਪ ਹੀ ਕਿਹਾ ਸੀਗਾ ਕਿ ਲੋਕ ਇਹਨਾਂ ਨੂੰ ਨੇੜੇ ਨਹੀਂ ਲਾ ਰਹੇ। ਕਿਸਾਨੀ ਸੰਘਰਸ਼ ਦੀ ਤੁਸੀਂ ਪੂਰੀ ਦੇ ਪੂਰੇ ਇਤਿਹਾਸ ਦੇਖ ਲਓ, ਲਗਭਗ 6 ਮਹੀਨਿਆਂ ਦਾ, ਚਾਹੇ ਉਹ ਪਹਿਲਾਂ ਪੰਜਾਬ 'ਚ ਹੋਵੇ, ਹਰਿਆਣੇ 'ਚ ਹੋਵੇ ਜਾਂ ਹੁਣ ਇਸ ਵੇਲੇ ਦਿੱਲੀ ਦੇ ਵਿੱਚ ਹੋਵੇ, ਇਹਨਾਂ ਨੇ ਕਿਸਾਨਾਂ ਨੇ ਕਦੇ ਵੀ ਇਹਨਾਂ ਪਾਰਟੀਆਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਔਰ ਇੱਥੋਂ ਤੱਕ ਕਿ ਜਿਹੜੀ ਕਾਂਗਰਸ ਪਾਰਟੀ ਹੈ, ਜਦੋਂ ਰਵਨੀਤ ਬਿੱਟੂ ਜੀ ਉੱਥੇ ਜਾਂਦੇ ਨੇ ਦਿੱਲੀ ਦੇ ਵਿੱਚ, ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਜਾਂਦਾ। ਜਦੋਂ ਤੁਸੀਂ ਨਾਲ ਜਾਣਬੁੱਝ ਕੇ ਜਦੋਂ ਪੰਗਾ ਲਾਓਗੇ ਕਿਸਾਨਾਂ ਦੇ ਨਾਲ ਤਾਂ ਲਾਜ਼ਮੀ ਤੌਰ 'ਤੇ ਉਹਦਾ ਤੁਹਾਨੂੰ ਨਤੀਜਾ ਭੁਗਤਣਾ ਪਏਗਾ। ਸੋ ਇਸ ਕਰਕੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਪਾਰਟੀਆਂ ਨੂੰ ਲੋਕ ਹੁਣ ਨਫ਼ਰਤ ਕਰਨ ਲੱਗ ਪਏ ਆ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ ਜਾਂ ਬੀਜੇਪੀ। ਤਾਂ ਆਪਾਂ ਨੂੰ ਪਤਾ ਹੀ ਹੈ ਬੀਜੇਪੀ ਦਾ ਉਹਨਾਂ ਨੇ ਪਿਛਲੇ ਚੋਣਾਂ ਦੇ ਵਿੱਚ ਉਹਨਾਂ ਨੇ ਕੋਈ ਕੈਂਡੀਡੇਟ ਖੜਾ ਹੀ ਨਹੀਂ ਹੋਣ ਦਿੱਤਾ, ਕੈਂਡੀਡੇਟ ਨਹੀਂ ਸੀ ਲੱਭ ਰਿਹਾ ਉਹਨਾਂ ਨੂੰ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਾਰਟੀਆਂ ਦਾ ਵੀ ਹਾਲ ਜਿਹੜਾ ਹੈਗਾ ਬੀਜੇਪੀ ਵਾਲਾ ਹੋਣ ਵਾਲਾ ਹੈ। ਸੋ ਇੱਕ ਦੂਜੇ ਨਾਲ ਹੁਣ ਜਿਹੜੇ ਬੇਸ਼ੱਕ ਉਹ ਲੜੀ ਜਾਣ, ਬੇਸ਼ੱਕ ਇੱਕ ਦੂਜੇ ਤੋਂ ਕੇਸ ਪਵਾ ਕੇ ਆਪਣੇ ਆਪ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕਰਨ, ਪਰ ਲੋਕ ਇਹ ਜਾਣਦੇ ਨੇ ਕਿ ਚਾਹੇ ਉਹ ਪੰਥਕ ਮੁੱਦੇ ਹੋਣ, ਚਾਹੇ ਕਿਸਾਨੀ ਦੇ ਮੁੱਦੇ ਹੋਣ ਜਾਂ ਆਮ ਲੋਕਾਂ ਦੇ ਮੁੱਦੇ ਹੋਣ, ਇਹਨਾਂ ਦਾ ਇਹ ਜਿਹੜੇ ਨੇ ਲੋਕ ਹੱਲ ਨਹੀਂ ਕਰ ਸਕਣਗੇ। ਜਿਵੇਂ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਅੱਜ ਜੇ ਹਿੰਦੁਸਤਾਨ ਜਾਂ ਪੰਜਾਬ ਜਾਂ ਬਾਕੀ ਜਿਹੜੇ ਲੋਕ ਨੇ ਇੱਥੋਂ ਤੱਕ ਉਹਨਾਂ ਦਾ ਬੁਰਾ ਹਾਲ ਹੋਇਆ, ਤਾਂ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਵੱਖ-ਵੱਖ ਪਾਰਟੀਆਂ ਦੀ ਜਿਨ੍ਹਾਂ ਨੇ ਹੁਣ ਤੱਕ ਰਾਜ ਕੀਤਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਬਾਦਲ ਜੀ ਕੁਝ ਵੀ ਕਹਿਣ, ਲੋਕ ਉਹਨਾਂ ਦੇ ਉੱਤੇ ਹੁਣ ਇਸ ਵੇਲੇ ਵਿਸ਼ਵਾਸ ਨਹੀਂ ਕਰਨਗੇ। ਡਾਕਟਰ ਸਾਹਿਬ, ਤੁਹਾਡਾ ਲੋਕਰਾਣੋ ਚੈਨਲ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ। ਬਹੁਤ ਤੁਹਾਡਾ ਵੀ ਧੰਨਵਾਦ। ਔਰ ਆਪਾਂ ਉਮੀਦ ਕਰਦੇ ਹਾਂ ਕਿ ਕਿਸਾਨੀ ਸੰਘਰਸ਼ ਦੇ ਵਿੱਚ ਸਾਰੇ ਲੋਕ ਅਸੀਂ ਸਾਥ ਦੇਵਾਂਗੇ ਉਹਨਾਂ ਦਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਘਰਸ਼ ਜਿਹੜਾ ਹੈਗਾ ਆਪਣੇ ਸਿਖਰਾਂ ਨੂੰ ਛੋਹੇਗਾ ਅਤੇ ਕਾਲੇ ਕਾਨੂੰਨ ਰੱਦ ਕਰਾ ਕੇ ਵਾਪਸ ਮੁੜਨਗੇ ਕਿਸਾਨ ਸਾਡੇ। ਬਹੁਤ-ਬਹੁਤ ਮਿਹਰਬਾਨੀ। ਜੀ, ਉਮੀਦ ਜਿਹੜੀ ਹੈ ਅਸੀਂ ਵੀ ਇਹੋ ਕਰਦੇ ਹਾਂ। ਅਤੇ ਇਹ ਸਨ ਡਾਕਟਰ ਭੀਮਿੰਦਰ ਸਿੰਘ, ਜਿਹੜੇ ਕਿ ਉੱਘੇ ਸਿਆਸੀ ਮਾਹਰ ਨੇ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਅੱਜ ਦੀਆਂ ਟੌਪ ਦੀਆਂ ਖਬਰਾਂ ਦੇ ਉੱਤੇ ਚਰਚਾ ਕੀਤੀ ਹੈ, ਚਾਨਣਾ ਪਾਇਆ ਕਿ ਇਹਦੇ ਪਿੱਛੇ ਦੀਆਂ ਕਹਾਣੀਆਂ ਕੀ ਨੇ। ਕੁਛ ਇੱਕ ਦੋ ਖਬਰਾਂ ਹੋਰ ਨੇ ਜਿਹਦੇ ਵਿੱਚ ਦਰਬਾਰ ਸਾਹਿਬ ਦੇ ਬਾਹਰ ਜਿਹੜਾ ਉਹ ਜ਼ਹਿਰ ਮਿਲਿਆ, ਪ੍ਰਸ਼ਾਦ ਖਵਾ ਕੇ ਲੁੱਟ ਕੇ ਲੈ ਗਏ। ਇੱਕ ਅਦਾਲਤ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਐਸਾ ਫੈਸਲਾ ਸੁਣਾਇਆ ਗਿਆ ਕਿ ਮੁਲਜ਼ਮ ਨੂੰ FIR ਤਾਂ ਰੱਦ ਕਰ ਦਿੱਤੀ ਗਈ ਹੈ, ਉਸ ਨੂੰ ਇਹ ਕਿਹਾ ਗਿਆ ਕਿ ਗੁਰਦੁਆਰਾ ਸਾਹਿਬ ਜਿਹੜਾ ਬੰਗਲਾ ਸਾਹਿਬ ਜਾ ਕੇ ਤੁਸੀਂ 1 ਮਹੀਨਾ ਸੇਵਾ ਕਰਨੀ ਹੈ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਕਾਫੀ ਚਰਚਾ ਦੇ ਵਿੱਚ ਰਹੀਆਂ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇ ਦਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।